ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰਝਾਤ ਦਾ ਲੇਖ ਹੈ ਸਵੈ ਕਾਬੂ। ਆਪਣੇ ਆਪ ਨੂੰ ਜਾਣਨਾ ਨਾ ਕੇਵਲ ਔਖਾ ਹੁੰਦਾ ਹੈ, ਸਗੋਂ ਅਣਸੁਖਾਵਾਂ ਵੀ ਹੁੰਦਾ ਹੈ। ਸਾਡਾ ਸਾਰਾ ਯਤਨ ਆਪਣੇ ਆਪ ਵੱਲ ਮੁੜਨ ਦਾ ਨਹੀਂ ਹੁੰਦਾ, ਆਪਣੇ ਆਪ ਤੋਂ ਪਰੇ ਦੌੜ ਜਾਣ ਦਾ ਹੁੰਦਾ ਹੈ। ਵੇਖਿਆ ਗਿਆ ਕਿ ਜਿਹੜੇ ਲੋਕ ਵਧੇਰੇ ਹਿਫਾਜ਼ਤੀ ਪ੍ਰਬੰਧਾਂ ਵਿੱਚ ਰਹਿੰਦੇ ਹਨ, ਉਹ ਸੋਚ ਦੇ ਪੱਖੋਂ ਕਮਜ਼ੋਰ ਹੁੰਦੇ ਹਨ। ਜਿਨ੍ਹਾਂ ਦੇ ਘਰ ਵਧੇਰੇ ਨੌਕਰ ਹੁੰਦੇ ਹਨ, ਉਹ ਆਪ ਬਿਮਾਰ ਹੀ ਹੁੰਦੇ ਹਨ। ਜਿਨ੍ਹਾਂ ਕੋਲ ਰਫ਼ਤਾਰ ਹੁੰਦੀ ਹੈ ਪਰ ਬ੍ਰੇਕਾਂ ਨਹੀਂ ਹੁੰਦੀਆਂ, ਉਹ ਨਾ ਕੇਵਲ ਵਧੇਰੇ ਹਾਦਸੇ ਕਰਦੇ ਹਨ, ਸਗੋਂ ਆਪ ਵੀ ਵਧੇਰੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਉਹ ਜ਼ਿੰਦਗੀ ਤੋਂ ਲੈਂਦੇ ਵਧੇਰੇ ਹਨ ਪਰ ਦਿੰਦੇ ਘੱਟ ਹਨ। ਦੂਜਿਆਂ ਨੂੰ ਧੋਖਾ ਦੇਣ ਦੇ ਮੁਕਾਬਲੇ ਅਸੀਂ ਆਪਣੇ ਆਪ ਨੂੰ ਧੋਖਾ ਦੇਣ ਵਿੱਚ ਵਧੇਰੇ ਮਾਹਿਰ ਹੋ ਗਏ ਹਾਂ। ਜੇ ਅਸੀਂ ਆਪਣੇ ਆਪ ਬਾਰੇ ਗੱਲਾਂ ਨਾ ਕਰੀਏ ਤਾਂ ਅਸੀਂ ਬਹੁਤੀਆਂ ਗੱਲਾਂ ਨਹੀਂ ਕਰ ਸਕਦੇ। ਦੂਜਿਆਂ ਦੀ ਪ੍ਰਸ਼ੰਸਾ ਵਿੱਚ ਅਸੀਂ ਇੱਕ ਦੋ ਵਾਕ ਵੀ ਬੜੀ ਮੁਸ਼ਕਿਲ ਨਾਲ ਬੋਲਦੇ ਹਾਂ, ਜਦੋਂ ਕਿ ਨਿੰਦਾ ਅਤੇ ਭੰਡੀ ਬਾਰੇ ਵਿਸਥਾਰ ਵਿੱਚ ਕਰਦੇ ਹਾਂ। ਇਹ ਸਭ ਕੁਝ ਇਸ ਲਈ ਹੁੰਦਾ ਕਿਉਂਕਿ ਸਾਡੇ ਜੀਵਨ ਵਿੱਚ ਸੰਤੁਲਨ ਦੀ ਘਾਟ ਹੈ। ਆਤਮਾ, ਮਨ ਅਤੇ ਤਨ ਦਾ ਸੰਤੁਲਨ ਜਦੋਂ ਵਿਹਾਰ ਵਿੱਚ ਪ੍ਰਗਟ ਹੁੰਦਾ ਹੈ ਤਾਂ ਉਸ ਨੂੰ ਸਵੈ ਕਾਬੂ ਕਹਿੰਦੇ ਹਨ। ਸਵੈ ਕਾਬੂ ਵੱਡੀਆਂ ਅਤੇ ਪੱਕੀਆਂ ਪ੍ਰਾਪਤੀਆਂ ਦਾ ਬਾਲ ਉਪਦੇਸ਼ ਹੈ। ਇਹ ਕਿਸੇ ਯਤਨ ਦੇ ਆਰੰਭ ਵਿੱਚ ਨਹੀਂ, ਅੰਤ ਵਿੱਚ ਪ੍ਰਾਪਤ ਹੋਣ ਵਾਲਾ ਫਲ ਹੈ। ਇਹ ਉਹ ਗਿਆਨ ਹੈ ਜੋ ਆਪਣੇ ਆਪ ਨੂੰ ਆਪਣੇ ਹੀ ਮਨ ਦੀ ਪਾਠਸ਼ਾਲਾ ਵਿੱਚ ਦਾਖਲ ਕਰਨ ਤੇ ਨਿੱਤ ਨਵੇਂ ਯਤਨਾਂ ਨਾਲ ਪ੍ਰਾਪਤ ਹੁੰਦਾ ਹੈ। ਸਵੈ ਕਾਬੂ ਉਚੇਰੇ ਗਿਆਨ ਦੀ ਨਹੀਂ ਹੈ, ਇਹ ਆਪਣੇ ਆਪ ਵਿਰੁੱਧ ਭੁਗਤਣ ਵਾਲੀ ਗਵਾਹੀ ਹੈ। ਇਹ ਆਪਣੇ ਆਪ ਨੂੰ ਗੁੰਨਣ ਦਾ ਅਮਲ ਹੈ। ਸਵੈ ਕਾਬੂ ਤੋਂ ਬਿਨਾਂ ਵਿਸ਼ਵਾਸ, ਆਤਮ ਵਿਸ਼ਵਾਸ ਹੈਂਕੜ ਤੇ ਹੰਕਾਰ ਹੋ ਨਿਬੜਦਾ ਹੈ। ਸਵੈ ਕਾਬੂ ਸਾਨੂੰ ਭੈ ਨਾਲ ਲੜਨ ਦਾ ਹੁਨਰ ਸਿਖਾਉਂਦਾ ਹੈ। ਮਨੁੱਖ ਵਿੱਚ ਸੋਚਣ ਦੀ ਹੀ ਸ਼ਕਤੀ ਨਹੀਂ, ਇਸ ਨਾਲੋਂ ਵੀ ਵਧੇਰੇ ਮਹੱਤਵਪੂਰਨ ਗੱਲ ਇਹ ਹੈ ਕਿ ਉਸ ਵਿੱਚ ਆਪਣੇ ਵਿਚਾਰਾਂ ਨੂੰ ਕਾਬੂ ਕਰਨ ਦੀ ਵੀ ਸ਼ਕਤੀ ਹੈ। ਸਵੈ ਕਾਬੂ ਉਪਜਦਾ ਹੀ ਆਪਣੀ ਸੋਚ ਦੇ ਕਾਬੂ ਵਿੱਚੋਂ ਹੈ। ਤੁਸੀਂ ਉਹੀ ਕੁਝ ਹੁੰਦੇ ਹੋ ਜੋ ਕੁਝ ਤੁਸੀਂ ਸੋਚਦੇ ਹੋ। ਤੁਹਾਡੀਆਂ ਇੱਛਾਵਾਂ ਵੀ ਤੁਹਾਡੀ ਸੋਚ ਦੀ ਉਪਜ ਹੁੰਦੀਆਂ ਹਨ ਅਤੇ ਤੁਸੀਂ ਆਪਣੀਆਂ ਇੱਛਾਵਾਂ ਦੇ ਘੇਰੇ ਤੋਂ ਬਾਹਰ ਨਹੀਂ ਜਾ ਸਕਦੇ। ਜੇ ਕੋਈ ਤੁਹਾਨੂੰ ਗਾਲ ਕੱਢਦਾ ਹੈ, ਤੁਸੀਂ ਭੜਕ ਉੱਠਦੇ ਹੋ, ਤਾਂ ਇਹਦਾ ਅਰਥ ਇਹ ਹੈ ਕਿ ਤੁਸੀਂ ਉਹਦੇ ਚਲਾਏ ਚੱਲ ਰਹੇ ਹੋ। ਜਦੋਂ ਸਵੈ ਕਾਬੂ ਨਾ ਹੋਵੇ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਵੱਡੇ ਵੱਡੇ ਝਗੜੇ ਸਿਰਜਦੀਆਂ ਹਨ। ਇਵੇਂ ਹੀ ਜਦੋਂ ਸਾਡੇ ਵਿੱਚ ਆਪਸੀ ਸਾਂਝ ਦਾ ਕੋਈ ਆਧਾਰ ਨਾ ਹੋਵੇ ਤਾਂ ਅਸੀਂ ਆਪਸੀ ਨਫ਼ਰਤ ਦੇ ਰਿਸ਼ਤੇ ਉਸਾਰ ਲੈਂਦੇ ਹਾਂ। ਨਫ਼ਰਤ ਸਵੈ ਕਾਬੂ ਦੀ ਘਾਟ ਵਿੱਚੋਂ ਉਪਜਦੀ ਹੈ। ਕਿਸੇ ਕੌਮ ਦੀ ਸ਼ਕਤੀ ਉਹਦੀ ਬਾਹਰਲੀ ਸੁੰਦਰਤਾ 'ਚ ਨਹੀਂ ਹੁੰਦੀ, ਉਸਦੀ ਅੰਦਰਲੀ ਸੋਚ ਵਿੱਚ ਹੁੰਦੀ ਹੈ। ਬਾਹਰਲੀ ਹਿਲਜੁਲ ਵਿੱਚ ਨਹੀਂ ਹੁੰਦੀ, ਅੰਦਰਲੇ ਟਿਕਾਓ 'ਚ ਹੁੰਦੀ ਹੈ। ਤੁਸੀਂ ਮਹਾਂਵੀਰ ਜਾਂ ਮਹਾਤਮਾ ਬੁੱਧ ਦੀ ਮੂਰਤੀ ਵੇਖ ਕੇ ਨਿਰਣਾ ਨਹੀਂ ਕਰ ਸਕਦੇ ਕਿ ਉਹ ਉਦਾਸ ਹਨ ਜਾਂ ਪ੍ਰਸੰਨ, ਉਹਨਾਂ ਦਾ ਧਿਆਨ ਇੱਥੇ ਹੈ ਜਾਂ ਉੱਥੇ, ਨੇੜੇ ਹਨ ਜਾਂ ਦੂਰ, ਜਾਗਦੇ ਹਨ ਜਾਂ ਸੁੱਤੇ ਹੋਏ। ਅਸੀਂ ਇਸਤਰੀ ਨੂੰ ਉਹਦੀ ਬਾਹਰਲੀ ਸੁੰਦਰਤਾ ਦੇ ਆਧਾਰ 'ਤੇ ਹੀ ਜਾਣਨ ਦੇ ਆਦੀ ਹੋ ਗਏ ਹਾਂ। ਇਸੇ ਲਈ ਅਸੀਂ ਉਸਦੀ ਅੰਦਰਲੀ ਰੌਸ਼ਨੀ ਤੋਂ ਵਿਰਵੇ ਹਾਂ। ਉਸ ਦੇ ਸਵੈ ਕਾਬੂ ਉੱਤੇ ਅਸੀਂ ਆਪਣੀ ਕਾਹਲ ਲੱਦ ਦਿੰਦੇ ਹਾਂ, ਆਪਣੀ ਥਕਾਵਟ ਡੋਲ ਦਿੰਦੇ ਹਾਂ। ਸੁਆਰਥ ਸੱਚੇ ਪਿਆਰ ਦੇ ਰਾਹ ਦੀ ਸਭ ਤੋਂ ਵੱਡੀ ਰੁਕਾਵਟ ਹੈ। ਸਾਡਾ ਸੁਆਰਥ ਹੀ ਕਿਸੇ ਸਮੱਸਿਆ ਨੂੰ ਹੱਲ ਨਹੀਂ ਹੋਣ ਦਿੰਦਾ। ਘਰ ਘਰ ਵਿੱਚ ਝਗੜੇ ਸੁਆਰਥ ਦੇ ਝਗੜੇ ਹਨ। ਸੁਆਰਥ ਨੂੰ ਅਸੀਂ ਆਪਣੇ ਹੱਕ ਬਣਾ ਕੇ ਪੇਸ਼ ਕਰਦੇ ਹਾਂ। ਜਿਉਂ-ਜਿਉਂ ਸਵੈ ਕਾਬੂ ਘਟ ਰਿਹਾ, ਉਂਝ ਤਾਂ ਇਹ ਅਜੋਕੇ ਯੁੱਗ ਵਿੱਚ ਕਦੇ ਵੀ ਬਹੁਤਾ ਨਹੀਂ ਸੀ, ਪਰ ਹੁਣ ਤਾਂ ਇਹ ਲੋਪ ਹੀ ਹੁੰਦਾ ਜਾ ਰਿਹਾ। ਇਸ ਦੇ ਲੋਪ ਹੋਣ ਨਾਲ ਮਨੁੱਖ ਦੀ ਦੁਰਗਤ ਵਧੇਗੀ। ਹੁਣ ਤਾਂ ਅਸੀਂ ਝਟਕਾਈ ਯੁੱਗ ਵਿੱਚ ਵਿਚਰ ਰਹੇ ਹਾਂ। ਸਵੈ ਕਾਬੂ ਤੋਂ ਬਿਨਾਂ ਜੀਵਨ ਦੇ ਰੂਹਾਨੀ ਅਰਥ ਨਹੀਂ ਲੱਭਣਗੇ। ਸਵੈ ਕਾਬੂ ਦੇ ਇੱਕ ਅਭਿਲਾਸ਼ੀ ਨੇ ਕਿਹਾ, ਹੇ ਵਾਹਿਗੁਰੂ, ਮੇਰੀ ਆਪਣੇ ਆਪ ਤੋਂ ਰੱਖਿਆ ਕਰਨੀ, ਕਿਧਰੇ ਮੈਂ ਆਪਣੇ ਆਪ ਵਿੱਚ ਹੀ ਨਾ ਡਿੱਗ ਪਵਾਂ। ਅਬਰਾਹਮ ਲਿੰਕਨ ਨੂੰ ਜਦੋਂ ਇੱਕ ਸਭਾ ਵਿੱਚ ਪ੍ਰਧਾਨ ਚੁਣ ਲਿਆ ਗਿਆ ਤਾਂ ਉਹਨੇ ਬੜੀ ਨਿਮਰਤਾ ਨਾਲ ਕਿਹਾ, ਜਿਹੜੀ ਸਭਾ ਮੈਨੂੰ ਆਪਣਾ ਪ੍ਰਧਾਨ ਬਣਾਉਣਾ ਚਾਹੁੰਦੀ ਹੈ, ਮੈਂ ਉਸ ਸਭਾ ਵਿੱਚ ਸ਼ਾਮਲ ਹੋਣ ਦੇ ਯੋਗ ਵੀ ਨਹੀਂ ਹਾਂ। ਇਵੇਂ ਉਸਨੇ ਦਾਜ ਵਾਂਗ ਮਿਲੀ ਪ੍ਰਧਾਨਗੀ ਤਿਆਗ ਦਿੱਤੀ। ਗਰੀਬ ਗਰੀਬੀ ਵਿੱਚ ਇੱਕ ਦੂਜੇ ਨੂੰ ਪਛਾੜ ਦੇਣ ਦਾ ਨਾਟਕ ਨਹੀਂ ਕਰਦੇ। ਭਾਵੇਂ ਹਰ ਗਰੀਬ ਗਰੀਬੀ ਨੂੰ ਤਿਆਗਣਾ ਚਾਹੁੰਦਾ ਹੈ, ਪਰ ਜਦੋਂ ਤੱਕ ਸਵੈ ਕਾਬੂ ਦਾ ਗੁਣ ਨਹੀਂ ਉਪਜਦਾ, ਇਸ ਖੇਤਰ ਵਿੱਚ ਸਫਲਤਾ ਸੰਭਵ ਨਹੀਂ ਹੋ ਸਕਦੀ।
ਭਾਵੇਂ ਇਹ ਗੱਲ ਸਭ ਤੋਂ ਵੱਧ ਅਚੰਭੇ ਭਰੀ ਲੱਗੇ, ਪਰ ਸੱਚਾਈ ਇਹ ਹੈ ਕਿ ਅਮੀਰਾਂ ਦੇ ਮੁਕਾਬਲੇ ਗਰੀਬਾਂ ਨੂੰ ਬੱਚਤ ਕਰਨ ਦੀ ਵਧੇਰੇ ਲੋੜ ਹੈ। ਸਭ ਕੁਝ ਖਰਚਣ ਵਾਲਾ ਅਤੇ ਸਭ ਕੁਝ ਬਚਾਉਣ ਵਾਲਾ ਦੋਵੇਂ ਗਰੀਬ ਹੁੰਦੇ ਹਨ। ਲੋੜ ਇਹਨਾਂ ਵਿੱਚ ਸੰਤੁਲਨ ਤੇ ਸਵੈ ਕਾਬੂ ਦੀ ਹੈ। ਭਾਫ਼ ਦੇ ਇੰਜਣ ਵਿੱਚ ਜੇ ਭਾਫ਼ ਖੁੱਲ੍ਹੀ ਛੱਡ ਦਿੱਤੀ ਜਾਵੇ ਤਾਂ ਇੰਜਣ ਨਹੀਂ ਚੱਲੇਗਾ। ਸੋ ਵਾਸਤਵ ਵਿੱਚ ਭਾਫ਼ ਨੂੰ ਬਾਹਰ ਜਾਣ ਤੋਂ ਰੋਕਿਆ ਨਹੀਂ ਗਿਆ, ਸਗੋਂ ਉਸ ਨੂੰ ਸ਼ਕਤੀਸ਼ਾਲੀ ਬਣਾਇਆ ਗਿਆ। ਅਸਮਾਨੀ ਬਿਜਲੀ ਨੂੰ ਕਿਸੇ ਤਰ੍ਹਾਂ ਕਾਬੂ ਨਹੀਂ ਕੀਤਾ ਜਾ ਸਕਦਾ, ਸੋ ਉਹਦਾ ਲਾਭ ਹੀ ਨਹੀਂ ਉਠਾਇਆ ਜਾ ਸਕਦਾ। ਲੋੜ ਬੱਚਤ ਦੀ ਨਹੀਂ, ਬੱਚਤ ਦੀ ਆਦਤ ਦੀ ਹੈ, ਕਿਉਂਕਿ ਇਹ ਸਵੈ ਕਾਬੂ ਵਿੱਚ ਉਪਜਦੀ ਹੈ ਤੇ ਸਵੈ ਕਾਬੂ ਨੂੰ ਉਪਜਾਉਂਦੀ ਹੈ। ਗਰੀਬੀ ਸਾਰੇ ਉਤਸ਼ਾਹ ਤੇ ਉਦਮ ਨੂੰ ਮਾਰਨ ਲਈ ਕਾਫੀ ਹੈ, ਪਰ ਜੇ ਇਸ ਨਾਲ ਕਰਜ਼ਾ ਵੀ ਜੋੜ ਦਿੱਤਾ ਜਾਵੇ ਤਾਂ ਹਾਰ ਯਕੀਨੀ ਹੈ। ਬੱਚਤ ਨਵੇਂ ਅਵਸਰ ਸਿਰਜਦੀ ਹੈ, ਨਵੀਆਂ ਸੰਭਾਵਨਾਵਾਂ ਉਜਾਗਰ ਕਰਦੀ ਹੈ। ਇਹ ਤੁਹਾਡੀ ਕਲਪਨਾ ਨੂੰ ਸੁਹਾਗਣ ਬਣਾਉਂਦੀ ਹੈ। ਜਦੋਂ ਤੱਕ ਮਨ ਦੇ ਜਜ਼ਬੇ ਕਾਬੂ ਵਿੱਚ ਨਾ ਹੋਣ, ਸਾਡੇ ਵਿੱਚ ਸਿਦਕ, ਸਿਰੜ ਤੇ ਸਹਿਨਸ਼ੀਲਤਾ ਦੇ ਗੁਣ ਉਜਾਗਰ ਨਹੀਂ ਹੁੰਦੇ। ਬੱਚਤ ਨਿਰਧਨ ਨੂੰ ਧਨਵਾਨ ਦੇ ਰਹਿਮ ਤੋਂ ਮੁਕਤ ਕਰਦੀ ਹੈ। ਪਰਿਵਾਰ ਨਿਯੋਜਨ ਵੀ ਬੱਚਤ ਦੀ ਆਦਤ ਵਿੱਚੋਂ ਉਪਜਦਾ ਹੈ। ਇਹ ਵੀ ਬੱਚਤ ਦੀ ਇੱਕ ਵੰਨਗੀ ਹੈ। ਭੀੜ ਕੋਲ ਹਿੰਸਾ ਤਾਂ ਹੁੰਦੀ ਹੈ, ਸ਼ਕਤੀ ਨਹੀਂ ਹੁੰਦੀ। ਵੱਡਾ ਟੱਬਰ ਭੀੜ ਵਾਂਗ ਹੁੰਦਾ ਹੈ। ਬੱਚਤ ਦੀ ਉਸੇ ਸੂਰਤ ਵਿੱਚ ਲੋੜ ਨਹੀਂ ਪਏਗੀ ਜੇ ਤੁਹਾਨੂੰ ਵਿਸ਼ਵਾਸ ਹੋਏ ਕਿ ਤੁਹਾਡਾ ਜੀਵਨ ਨਿਰਵਿਘਨ ਹੋਏਗਾ ਤੇ ਤੁਹਾਡੇ ਜੀਵਨ 'ਚ ਕੋਈ ਸੰਕਟ ਨਹੀਂ ਉਪਜੇਗਾ ਤੇ ਕੋਈ ਜੁਆਰ ਭਾਟਾ ਨਹੀਂ ਵਾਪਰੇਗਾ। ਜਿਹੜੇ ਵਿਅਕਤੀ ਇਹ ਕਹਿੰਦੇ ਹਨ ਕਿ ਇਹ ਨਹੀਂ ਹੋ ਸਕਦਾ, ਇਹ ਕੀਤਾ ਨਹੀਂ ਜਾ ਸਕਦਾ, ਜ਼ਰਾ ਉਹਨਾਂ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਤਾਂ ਕਰੋ, ਜਿਨ੍ਹਾਂ ਦੇ ਆਧਾਰ ਤੇ ਉਹ ਆਪਣੀ ਇਹ ਵਡਮੁੱਲੀ ਰਾਏ ਦੇ ਰਹੇ ਹਨ। ਬੱਚਤ ਤੋਂ ਬਿਨਾਂ ਕਿਸੇ ਵੀ ਪ੍ਰਕਾਰ ਦੀ ਆਜ਼ਾਦੀ ਜਾਂ ਖੁਸ਼ਹਾਲੀ ਸੰਭਵ ਨਹੀਂ ਹੋ ਸਕਦੀ। ਬੱਚਤ ਨਾਲ ਸਾਨੂੰ ਸਮੱਸਿਆਵਾਂ ਵਿੱਚੋਂ ਮੌਕੇ ਵੇਖਣ ਦੀ ਜਾਚ ਆ ਜਾਂਦੀ ਹੈ। ਜਿਉਂ-ਜਿਉਂ ਸਾਡੀ ਬੱਚਤ ਵੱਧਦੀ ਹੈ, ਤਿਉਂ-ਤਿਉਂ ਸਾਡੇ ਵਿੱਚ ਸਵੈ ਕਾਬੂ ਵੱਧਦਾ ਹੈ ਤੇ ਸਾਡੇ ਵਿੱਚ ਦੁਰਘਟਨਾਵਾਂ ਨੂੰ ਸਹਿਣ ਦੀ ਸ਼ਕਤੀ ਵੱਧਦੀ ਹੈ। ਜ਼ਿੰਦਗੀ ਦੇ ਦੁੱਖਾਂ ਦਰਦਾਂ ਸਮੇਂ ਸਾਡਾ ਸਵੈ ਕਾਬੂ ਪਰਖਿਆ ਜਾਂਦਾ ਹੈ। ਜੀਵਨ ਵਿੱਚ ਕਈ ਘਟਨਾਵਾਂ ਅਜਿਹੀਆਂ ਵਾਪਰਦੀਆਂ ਹਨ ਜਿਨ੍ਹਾਂ ਦੇ ਵਾਪਰਨ 'ਤੇ ਸਾਨੂੰ ਰੋਣਾ ਚਾਹੀਦਾ ਹੁੰਦਾ ਹੈ, ਪਰ ਅਸੀਂ ਰੋਂਦੇ ਨਹੀਂ। ਸ਼ਾਇਦ ਜਿੰਨਾ ਰੋਣ ਦੀ ਲੋੜ ਹੁੰਦੀ ਹੈ, ਉਨਾ ਰੋਣ ਦੀ ਸਾਡੇ ਵਿੱਚ ਸਮਰੱਥਾ ਨਹੀਂ ਹੁੰਦੀ। ਰੋਣ ਦਾ ਇਹ ਕਰਜ਼ਾ ਕਦੀ ਨਾ ਕਦੀ ਲਾਉਣਾ ਪਏਗਾ। ਇਸੇ ਕਰਕੇ ਕਈ ਵਾਰੀ ਇੰਝ ਵੀ ਹੁੰਦਾ ਹੈ ਕਿ ਅਸੀਂ ਕਿਸੇ ਨਿੱਕੀ ਜਿਹੀ ਘਟਨਾ 'ਤੇ ਬਹੁਤ ਅਧਿਕ ਰੋਣ ਲੱਗ ਪੈਂਦੇ ਹਾਂ। ਇਹ ਮੁੱਢਲੀ ਘਟਨਾ ਦੇ ਸੰਬੰਧ ਵਿੱਚ ਰੋਣ ਦੀ ਸਾਡੀ ਪੁਰਾਣੀ ਕਿਸ਼ਤ ਦੀ ਇੱਕ ਅਦਾਇਗੀ ਹੁੰਦੀ ਹੈ। ਜਦੋਂ ਤੱਕ ਅਸੀਂ ਲੋੜੀਂਦੀ ਸਮਰੱਥਾ ਤੇ ਮਾਤਰਾ ਵਿੱਚ ਰੋ ਨਹੀਂ ਲੈਂਦੇ, ਸਾਡਾ ਸੰਤੁਲਨ ਵਿਗੜਿਆ ਰਹਿੰਦਾ ਹੈ। ਜਿਨ੍ਹਾਂ ਦੇ ਪੁੱਤਰ ਨਹੀਂ ਹੁੰਦਾ, ਉਹ ਆਪਣੀ ਧੀ ਨੂੰ ਪੁੱਤਰ ਕਹਿ ਕੇ ਆਪਣੇ ਮਨ ਨੂੰ ਧਰਵਾਸ ਦੇ ਲੈਂਦੇ ਹਨ, ਤੇ ਜਿਨ੍ਹਾਂ ਦੇ ਧੀ ਨਹੀਂ ਹੁੰਦੀ, ਉਹਨਾਂ ਨੂੰ ਨੂੰਹ ਦੀ ਉਡੀਕ ਕਰਨੀ ਪੈਂਦੀ ਹੈ। ਉਪਰੋਕਤ ਵੇਰਵਿਆਂ ਦਾ ਭਾਵ ਇਹ ਹੈ ਕਿ ਜੀਵਨ ਨੂੰ ਜਿੰਨਾ ਮਰਜ਼ੀ ਵਿਉਂਤ ਲਿਆ ਜਾਵੇ, ਇਸ ਦੇ ਕੁਝ ਕੋਨੇ ਖਾਲੀ ਰਹਿ ਜਾਂਦੇ ਹਨ, ਜਿਨ੍ਹਾਂ ਨੂੰ ਧੀਰਜ ਨਾਲ ਬਰਦਾਸ਼ਤ ਕਰਨਾ ਪੈਂਦਾ ਹੈ। ਪਰ ਅਜਿਹੀਆਂ ਸਥਿਤੀਆਂ ਵਿੱਚ ਜੇ ਸਾਡਾ ਆਪਣੇ ਆਪ 'ਤੇ ਕਾਬੂ ਹੋਵੇ ਤਾਂ ਸੰਕਟ ਸੌਖੇ ਭਾਵੇਂ ਨਾ ਹੋਣ, ਪਰ ਉਹ ਸਹਿਣਯੋਗ ਜ਼ਰੂਰ ਹੋ ਜਾਂਦੇ ਹਨ। ਰੋਣ ਨਾਲ ਦਿਲ 'ਤੇ ਪਏ ਪੱਥਰ ਪਿਘਲ ਜਾਂਦੇ ਹਨ। ਰੋਣਾ ਇੱਕ ਉਸਾਰੂ ਤੇ ਸ਼ਕਤੀ ਪ੍ਰਦਾਨ ਕਰਨ ਵਾਲਾ ਅਨੁਭਵ ਹੈ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਿੱਚ ਰੋਣ ਦੀ ਵਧੇਰੇ ਸਮਰੱਥਾ ਕਾਰਨ ਜੀਵਨ ਦੇ ਦੁੱਖਾਂ ਦਾ ਬੋਝ ਸੌਖ ਨਾਲ ਚੁੱਕਣ ਦੀ ਸਮਰੱਥਾ ਵੀ ਵਧੇਰੇ ਹੁੰਦੀ ਹੈ। ਇੱਕ ਸਹੇਲੀ ਨੇ ਦੂਜੀ ਨੂੰ ਲਿਖਿਆ, ਤੂੰ ਜਦੋਂ ਮਿਲੇਂਗੀ ਦੋਵੇਂ ਰਲ ਕੇ ਰੋਵਾਂਗੀਆਂ, ਕਿੰਨਾ ਚੰਗਾ ਲੱਗੇਗਾ। ਜਿਹੜੇ ਰੋ ਸਕਦੇ ਹਨ ਉਹ ਨਾ ਕੇਵਲ ਪਿਆਰ ਪ੍ਰਾਪਤ ਕਰਨ ਦੇ ਵਧੇਰੇ ਯੋਗ ਹੁੰਦੇ ਹਨ, ਸਗੋਂ ਉਹਨਾਂ ਵਿੱਚ ਦੂਜਿਆਂ ਨੂੰ ਪਿਆਰ ਕਰਨ ਦੀ ਯੋਗਤਾ ਵੀ ਵਧੇਰੇ ਹੁੰਦੀ ਹੈ। ਇਹ ਦੋਵੇਂ ਕਾਰਜ ਓਨੇ ਸੌਖੇ ਨਹੀਂ ਜਿੰਨੇ ਪ੍ਰਤੀਤ ਹੁੰਦੇ ਹਨ। ਰੋਣਾ ਵੀ ਤਪੱਸਿਆ ਦੀ ਕਿਸਮ ਹੈ। ਪਿਆਰ ਵਾਂਗ ਦੋਸਤੀ ਵੀ ਸਾਡੇ ਵਿੱਚ ਕੱਟੜਤਾ ਨੂੰ ਘਟਾਉਂਦੀ ਹੈ ਤੇ ਸਿੱਧੇ ਹੋ ਕੇ ਟੁਰਨ ਦਾ ਸਲੀਕਾ ਸਿਖਾਉਂਦੀ ਹੈ। ਮਨ ਦੇ ਮੇਲੇ ਦੀਆਂ ਰੌਣਕਾਂ ਵਧਾਉਂਦੀ ਹੈ। ਜਿਉਂ-ਜਿਉਂ ਤੁਹਾਨੂੰ ਜ਼ਿੰਦਗੀ ਵਿੱਚ ਵਧੇਰੇ ਸਹੂਲਤਾਂ ਮਿਲਣਗੀਆਂ, ਤਿਉਂ-ਤਿਉਂ ਤੁਹਾਡੀਆਂ ਜ਼ਿੰਮੇਵਾਰੀਆਂ ਵਿੱਚ ਵੀ ਵਾਧਾ ਹੋਏਗਾ ਤੇ ਤੁਹਾਡੇ ਵਿੱਚ ਵੱਡੇ ਫੈਸਲੇ ਕਰਨ ਦੀ ਯੋਗਤਾ ਉਪਜੇਗੀ ਤੇ ਆਪਣੇ ਆਪ ਉੱਤੇ ਤੁਹਾਡਾ ਕਾਬੂ ਵੀ ਵਧੇਗਾ। ਜਿਵੇਂ ਨਹੀਂ ਹੋ ਰਿਹਾ ਤਾਂ ਨਿਸ਼ਚੇ ਹੀ ਤੁਸੀਂ ਜ਼ਿੰਦਗੀ ਨਾਲ ਮਨਮਾਨੀ ਕਰ ਰਹੇ ਹੋਵੋਗੇ। ਸਵੈ ਕਾਬੂ ਦੇ ਅਰਥ ਆਜ਼ਾਦ ਹੋਣ ਦੇ ਹਨ। ਆਜ਼ਾਦ ਹੋਣਾ ਮਨੁੱਖ ਦਾ ਫਰਜ਼ ਹੈ। ਸਹੀ ਅਰਥਾਂ ਵਿੱਚ ਆਜ਼ਾਦ ਵਿਅਕਤੀ ਮਨਮਾਨੀ ਨਹੀਂ ਕਰੇਗਾ। ਉਹ ਕਦੀ ਵੀ ਭੀੜ ਦਾ ਭਾਗ ਨਹੀਂ ਬਣੇਗਾ। ਉਹ ਦੂਜਿਆਂ ਨੂੰ ਆਜ਼ਾਦੀ ਦੇਵੇਗਾ ਹੀ ਨਹੀਂ, ਉਹਨਾਂ ਦੀ ਆਜ਼ਾਦੀ ਦੀ ਰੱਖਿਆ ਵੀ ਕਰੇਗਾ।
ਜੇ ਅਜਿਹਾ ਨਹੀਂ ਹੋ ਰਿਹਾ ਤਾਂ ਤੁਸੀਂ ਵੇਸਵਾ ਵਾਂਗ ਸਰੀਰਕ ਪੱਖੋਂ ਹੀ ਨਹੀਂ, ਆਤਮਿਕ ਪੱਖੋਂ ਵੀ ਥੱਕੇ ਹੋਏ ਹੋ। ਤੁਹਾਡੀ ਉਮਰ ਤੇ ਆਮਦਨ ਦੋਵੇਂ ਵੱਧ ਰਹੇ ਹੋਣਗੇ, ਪਰ ਤੁਹਾਡੇ ਵਿੱਚ ਵਿਕਾਸ ਨਹੀਂ ਵਾਪਰ ਰਿਹਾ ਹੋਏਗਾ। ਸਾਡੇ ਪਿਆਰਿਆਂ ਦੇ ਦੁੱਖ ਸੁੱਖ ਵੀ ਸਾਡੇ ਅਨੁਭਵ ਦਾ ਭਾਗ ਬਣਦੇ ਹਨ। ਉਹਨਾਂ ਦੀਆਂ ਖੁਸ਼ੀਆਂ ਗਮੀਆਂ ਨਾਲ ਹੀ ਸਾਡੇ ਮਨ ਦੇ ਮੇਲੇ ਲੱਗਦੇ ਤੇ ਉੱਜੜਦੇ ਹਨ। ਹਰ ਘਟਨਾ ਚੇਤਨਾ ਦੇ ਦਰਵਾਜ਼ੇ ਦੀ ਪੌੜੀ ਹੁੰਦੀ ਹੈ। ਚੇਤਨਾ ਸਾਨੂੰ ਭੈ ਮੁਕਤ ਕਰਦੀ ਹੈ। ਵੇਖਿਆ ਗਿਆ ਕਿ ਭੈ ਦੇ ਕਾਰਨ ਹੀ ਹਿੰਸਾ ਹੁੰਦੀ ਹੈ ਤੇ ਭੈ ਦੇ ਕਾਰਨ ਹੀ ਇਹ ਮੁੱਕਦੀ ਨਹੀਂ। ਭੈ ਦੇ ਵਾਤਾਵਰਨ ਵਿੱਚ ਅਸੀਂ ਜਦੋਂ ਕਿਸੇ ਦਾ ਹਾਲ ਚਾਲ ਪੁੱਛਦੇ ਹਾਂ ਤਾਂ ਵਾਸਤਵ ਵਿੱਚ ਇਹ ਪੁੱਛ ਰਹੇ ਹੁੰਦੇ ਹਾਂ ਕਿ ਤੁਸੀਂ ਕਿੰਨੇ ਡਰੇ ਹੋਏ ਹੋ। ਭੈ ਮੁਕਤ ਹੋਏ ਬਿਨਾਂ ਨਿੱਘੇ ਤੇ ਹੰਢਣਸਾਰ ਰਿਸ਼ਤਿਆਂ ਨੂੰ ਉਸਾਰਨਾ ਸੰਭਵ ਨਹੀਂ ਹੁੰਦਾ ਤੇ ਨਿੱਘੇ ਰਿਸ਼ਤਿਆਂ ਤੋਂ ਬਿਨਾਂ ਸਾਨੂੰ ਜੀਵਨ ਦੀ ਤਸੱਲੀ ਨਹੀਂ ਮਿਲਦੀ। ਹਰ ਇੱਕ ਵਿਅਕਤੀ ਹਰ ਵੇਲੇ ਕਈ ਰਿਸ਼ਤਿਆਂ ਵਿੱਚ ਬੱਝਾ ਹੁੰਦਾ ਹੈ। ਰਿਸ਼ਤੇ ਵੀ ਸਾਨੂੰ ਕਾਬੂ ਵਿੱਚ ਰੱਖਦੇ ਹਨ। ਰਿਸ਼ਤਾ ਕੋਈ ਵੀ ਹੋਵੇ ਉਹ ਉਦੋਂ ਤੱਕ ਹੀ ਨਿਭੇਗਾ ਜਦੋਂ ਤੱਕ ਅਸੀਂ ਸਵੈ ਕਾਬੂ ਦੇ ਘੇਰੇ 'ਚ ਰਹਾਂਗੇ। ਇਸ ਘੇਰੇ ਤੋਂ ਬਾਹਰ ਨਿਕਲ ਕੇ ਅਸੀਂ ਜੁਆਰੀਏ ਬਣ ਜਾਂਦੇ ਹਾਂ। ਜੂਆ ਖੇਡਣਾ, ਕਿਸੇ ਵੀ ਪ੍ਰਕਾਰ ਦਾ ਜੂਆ ਖੇਡਣਾ ਸਵੈ ਕਾਬੂ ਦੀ ਘਾਟ ਦੀ ਅਲਾਮਤ ਹੈ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੇ ਪੈਸੇ ਅਸੀਂ ਹਾਰ ਨਹੀਂ ਸਕਦੇ ਉਹਨਾਂ ਨਾਲ ਜੂਆ ਨਹੀਂ ਖੇਡਣਾ ਚਾਹੀਦਾ। ਇੱਕ ਵਾਰੀ ਇੱਕ ਆਦਮੀ 2 ਸਾਲ ਦੇ ਅਰਸੇ ਤੱਕ ਹਰ ਰੋਜ਼ ਸ਼ਾਮ ਨੂੰ ਆਪਣੇ ਘਰ ਦੇ ਨੇੜੇ ਇੱਕ ਜੂਆ ਘਰ 'ਚ ਜੁਆਰੀਆਂ ਨੂੰ ਜੂਆ ਖੇਡਦੇ ਵੇਖ ਕੇ ਮੁੜ ਆਉਂਦਾ ਸੀ। ਇੱਕ ਦਿਨ ਉਹਨੇ ਜੂਆ ਘਰ ਦੇ ਮਾਲਕ ਨੂੰ ਕਿਹਾ, ਵੇਖਿਆ ਤੁਸੀਂ ਮੇਰਾ ਸਵੈ ਕਾਬੂ, ਮੈਂ ਰੋਜ਼ ਆਉਂਦਾ ਸੀ ਪਰ ਮੈਂ ਜੂਆ ਖੇਡਿਆ ਨਹੀਂ। ਮਾਲਕ ਨੇ ਕਿਹਾ, ਮੇਰੇ ਸਵੈ ਕਾਬੂ ਨੂੰ ਤੁਸੀਂ ਨਹੀਂ ਜਾਣਦੇ। ਮੈਂ ਤੁਹਾਡੇ ਵੱਲ ਧਿਆਨ ਹੀ ਨਹੀਂ ਦਿੱਤਾ। ਜੇ ਮੈਂ ਤੁਹਾਨੂੰ ਫਸਾਉਣਾ ਚਾਹੁੰਦਾ ਤਾਂ ਤੁਸੀਂ ਬਚ ਕੇ ਨਹੀਂ ਸੀ ਜਾ ਸਕਦੇ। ਇੱਥੇ ਜਿੰਨੇ ਆਉਂਦੇ ਹਨ ਕੇਵਲ ਜਿੱਤਣ ਦੀ ਭਾਵਨਾ ਨਾਲ ਆਉਂਦੇ ਹਨ, ਇਸੇ ਕਰਕੇ ਹਾਰ ਜਾਂਦੇ ਹਨ। ਮੈਂ ਤਾਂ ਇਹਨਾਂ ਨੂੰ ਕਹਿੰਦਾ, ਹਾਰਨ ਦੀ ਭਾਵਨਾ ਨਾਲ ਜੂਆ ਖੇਡੋ, ਜੂਆ ਖੇਡਣ ਦੀ ਆਦਤ ਜਾਂਦੀ ਰਹੇਗੀ। ਪਰ ਇੰਨਾ ਸਵੈ ਕਾਬੂ ਇਹਨਾਂ 'ਚ ਹੈ ਨਹੀਂ। ਇਸੇ ਲਈ ਇਹ ਜੂਏ ਨਾਲ ਅਮੀਰ ਹੋਣ ਦੀ ਇੱਛਾ ਵਿੱਚ ਬਰਬਾਦ ਹੋ ਰਹੇ ਹਨ ਤੇ ਮਰਨ ਤੋਂ ਪਹਿਲਾਂ ਮਰ ਰਹੇ ਹਨ। ਅਸੀਂ ਭਾਰਤੀ ਮੌਤ ਤੋਂ ਬਹੁਤ ਡਰਦੇ ਹਾਂ, ਇਸੇ ਕਰਕੇ ਅਸੀਂ ਬਹੁਤ ਅਧਿਕ ਪੂਜਾ ਪਾਠ ਕਰਦੇ ਹਾਂ। ਅਧਿਕ ਪੂਜਾ ਪਾਠ ਸਾਡੇ ਧਾਰਮਿਕ ਹੋਣ ਦਾ ਪ੍ਰਮਾਣ ਨਹੀਂ, ਸਾਡੇ ਵਧੇਰੇ ਡਰੇ ਹੋਣ ਦੀ ਨਿਸ਼ਾਨੀ ਹੈ। ਜਦੋਂ ਮਨੁੱਖ ਵਿੱਚ ਸਵੈ ਕਾਬੂ ਉਪਜਦਾ ਹੈ ਤਾਂ ਉਹਦਾ ਮੌਤ ਪ੍ਰਤੀ ਦ੍ਰਿਸ਼ਟੀਕੋਣ ਵੀ ਬਦਲ ਜਾਂਦਾ ਹੈ। ਧਰਮ ਦਾ ਪ੍ਰਮੁੱਖ ਵਿਸ਼ਾ ਜੀਵਨ ਨਹੀਂ, ਮੌਤ ਹੈ। ਇਸ ਸੰਸਾਰ ਵਿੱਚ ਵਿਚਰਨਾ ਨਹੀਂ, ਇਸ ਸੰਸਾਰ ਤੋਂ ਮੁਕਤ ਹੋਣਾ ਹੈ। ਵਿਦਿਆ ਵਾਂਗ ਧਰਮ ਵੀ ਸਾਡੇ ਵਿੱਚ ਸਵੈ ਕਾਬੂ ਉਪਜਾਉਣ ਦਾ ਉਪਰਾਲਾ ਕਰਦਾ ਹੈ, ਪਰ ਸਵੈ ਕਾਬੂ ਤੋਂ ਬਿਨਾਂ ਧਰਮ ਸਾਡੀਆਂ ਸਮੱਸਿਆਵਾਂ ਸੁਲਝਾਉਣ ਦੀ ਥਾਂ ਸਗੋਂ ਹੋਰ ਵਧਾਉਂਦਾ ਤੇ ਉਲਝਾਉਂਦਾ ਹੈ। ਧਰਮ ਪਖੰਡ ਵਿਰੋਧੀ ਹੈ, ਪਰ ਸਵੈ ਕਾਬੂ ਤੋਂ ਬਿਨਾਂ ਇਹ ਆਪ ਸਭ ਤੋਂ ਵੱਡਾ ਪਖੰਡ ਨਿਬੜਦਾ ਹੈ। ਇੱਕ ਉਮਰ ਤੋਂ ਬਾਅਦ ਹਰ ਕੋਈ ਸੁਹਿਰਦ ਹੋਣ ਦਾ ਯਤਨ ਕਰਦਾ ਹੈ। ਇੱਕ ਉਮਰ ਤੋਂ ਮਗਰੋਂ ਹਰ ਕੋਈ ਨਸ਼ੇ ਤਿਆਗ ਦਿੰਦਾ ਹੈ। ਇੱਕ ਪੜਾਅ ਉੱਤੇ ਹਰ ਕੋਈ ਇਮਾਨਦਾਰ ਹੋ ਨਿਬੜਦਾ ਹੈ, ਪਰ ਇਹ ਸਭ ਮਜਬੂਰੀ ਵਸ ਵਾਪਰਦਾ ਹੈ। ਇਸ ਸਮੇਂ ਤੱਕ ਮਨ ਤੇ ਦਿਲ ਦੋਹਾਂ ਉੱਤੇ ਪਛਤਾਵਿਆਂ ਦੀ ਧੂੜ ਜੰਮ ਚੁੱਕੀ ਹੁੰਦੀ ਹੈ। ਦਰਿਆ ਦੇ ਸੁੱਕ ਜਾਣ ਉਪਰੰਤ ਹਰ ਕੋਈ ਆਪਣੇ ਤੈਰਾਕ ਹੋਣ ਦੇ ਕਿੱਸੇ ਸੁਣਾਉਂਦਾ ਹੈ, ਪਰ ਇਹ ਬਹਾਦਰੀ ਤੇ ਸਵੈ ਕਾਬੂ ਦੀਆਂ ਉਦਾਹਰਨਾਂ ਨਹੀਂ, ਇਹ ਪਖੰਡ ਦੇ ਨਵੇਂ ਰੂਪ ਹਨ। ਕਈ ਲੋਕਾਂ ਦਾ ਸਾਰਾ ਜੀਵਨ ਹੀ ਧੋਖੇ 'ਚ ਗੁਜ਼ਰਦਾ ਹੈ। ਧੋਖੇਬਾਜ਼ ਦਾ ਪਛਤਾਵਾ ਵੀ ਧੋਖਾ ਹੀ ਹੁੰਦਾ ਹੈ। ਤੁਸੀਂ ਵੇਖਿਆ ਹੋਵੇਗਾ ਕਿ ਕੁਝ ਲੋਕਾਂ ਨੇ ਹਰ ਵੇਲੇ ਸ਼ਿਕਾਇਤਾਂ ਕੁੱਛੜ ਚੁੱਕੀਆਂ ਹੁੰਦੀਆਂ ਹਨ। ਉਹ ਵੱਡੇ ਹੋ ਕੇ ਵੀ ਬਚਪਨ ਦੇ ਕੁੜਤੇ ਵਿੱਚ ਸਮਾਉਣ ਦਾ ਯਤਨ ਕਰਦੇ ਹਨ। ਉਹ ਇਵੇਂ ਘਬਰਾਏ ਹੋਏ ਹੁੰਦੇ ਹਨ ਜਿਵੇਂ ਕਿਸੇ ਸਵਾਰੀ ਦੀ ਗੱਡੀ ਵਿੱਚ ਸੂਟ ਕੇਸ ਗੁੰਮ ਹੋ ਗਿਆ ਹੋਵੇ ਜਾਂ ਜਿਵੇਂ ਉਹਨਾਂ ਦਾ ਕੋਈ ਪਿੱਛਾ ਕਰ ਰਿਹਾ ਹੋਵੇ। ਉਹ ਦੌੜਦੇ ਘੱਟ ਹਨ ਤੇ ਤਿਲਕਦੇ ਵਧੇਰੇ ਹਨ। ਉਹ ਬਿਨਾਂ ਕਾਰਨ ਹੀ ਦੂਜਿਆਂ ਨੂੰ ਆਪਣੇ ਦੁਸ਼ਮਣ ਮਿੱਥ ਲੈਂਦੇ ਹਨ। ਇਹੀ ਉਹ ਲੋਕ ਹੁੰਦੇ ਹਨ ਜਿਨ੍ਹਾਂ ਵਿੱਚ ਸਵੈ ਕਾਬੂ ਦੀ ਘਾਟ ਹੁੰਦੀ ਹੈ। ਅਜਿਹੇ ਲੋਕਾਂ ਦੀ ਗਿਣਤੀ ਛਾਲਾਂ ਮਾਰਦੀ ਪਰ ਵੱਧ ਹੁੰਦੀ ਹੈ ਤੇ ਜਿਸ ਅਨੁਪਾਤ ਵਿੱਚ ਇਹ ਗਿਣਤੀ ਵੱਧ ਰਹੀ ਹੈ ਉਸੇ ਅਨੁਪਾਤ ਵਿੱਚ ਸਮਾਜ ਗਰੀਬ ਹੋ ਰਿਹਾ ਹੈ। ਸਮਾਜ ਵਿੱਚ ਸਵੈ ਕਾਬੂ ਵਾਲੇ ਨੇਕ ਵਿਅਕਤੀਆਂ ਦੀ ਗਿਣਤੀ ਇਸ ਹੱਦ ਤੱਕ ਘਟ ਗਈ ਹੈ ਕਿ ਉਦਾਹਰਨ ਦੇਣ ਲਈ ਵੀ ਕੋਈ ਨਹੀਂ ਲੱਭਦਾ। ਸਵੈ ਕਾਬੂ ਵਾਲੇ ਨੇਕ ਵਿਅਕਤੀਆਂ ਦਾ ਸਮਾਜ ਨਾਲ ਸੰਬੰਧ ਉਹੋ ਜਿਹਾ ਹੀ ਹੁੰਦਾ ਹੈ ਜਿਹੋ ਜਿਹਾ ਐਤਵਾਰ ਦਾ ਬਾਕੀ ਦਿਨਾਂ ਨਾਲ ਹੁੰਦਾ ਹੈ। ਸਾਡੇ ਐਤਵਾਰ ਵੀ ਉਵੇਂ ਗੁਆਚਦੇ ਜਾ ਰਹੇ ਹਨ ਜਿਵੇਂ ਸਾਡਾ ਸਵੈ ਕਾਬੂ ਗੁਆਚ ਗਿਆ ਹੈ। ਧੰਨਵਾਦ।